ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹਲਾ ਪਹਿਲਾ। ਏ ਮਨਾ ਮੂਰਖ ਲੋਭੀਆ, ਲੋਭੇ ਲਗਾ ਲੋਭਾਣ। ਸ਼ਬਦ ਨ ਭੀਜੈ ਸਾਕਤਾ, ਦੁਰਮਤਿ ਆਵਨ ਜਾਣ। ਏ ਮਨੋ ਮੂਰਖ ਲੋਭੀਆ, ਲੋਭੈ ਲੱਗਾ ਲੋਭਾਣ। ਸ਼ਬਦ ਨ ਭੀਜੈ ਸਾਕਤਾ, ਦੁਰਮਤਿ ਆਵਨ ਜਾਣ। ਸਾਧੂ ਸਤਿਗੁਰ ਜੇ ਮਿਲੈ, ਤਾਂ ਪਾਈਐ ਗੁਣੀ ਨਿਧਾਨ। ਮਨ ਰੇ ਹਉਮੈ ਛੋੜ ਗੁਮਾਨ, ਹਰ ਗੁਰ ਸਰਬਰ ਸੇਵਤੂ। ਪਾਵੇ ਦਰਗਹਿ ਮਾਨ ਰਹਾਉ। ਮਨ ਰੇ ਹਉਮੈ ਛੋੜ ਗੁਮਾਨ, ਹਰ ਗੁਰ ਸਰਬਰ ਸੇਵਤੂ। ਪਾਵੈ ਦਰਗਹਿ ਮਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ, ਗੁਰੂ ਸਵਾਰੇ, ਸਤਸੰਗੀ ਜਣੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਪਵਿੱਤਰ ਬਾਣੀ ਦੀ ਵਿਚਾਰ ਨਾਲ ਜੁੜਨਾ ਕਰੀਏ। ਉਸ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਲਵਾਈਏ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਮਹਲਾ ਪਹਿਲਾ। ਏ ਮਨੋ ਮੂਰਖ ਲੋਭੀਆ, ਲੋਭੈ ਲੱਗਾ ਲੋਭਾਣ। ਸ਼ਬਦ ਨ ਭੀਜੈ ਸਾਕਤਾ, ਦੁਰਮਤਿ ਆਵਨ ਜਾਣ। ਇਹ ਪਵਿੱਤਰ ਬਚਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਰਾਗ ਸ੍ਰੀ ਰਾਗ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 21 ਉੱਪਰ ਸੁਭਾਇਮਾਨ ਹੈ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਪਵਿੱਤਰ ਬਚਨ ਰਾਹੀਂ ਉਪਦੇਸ਼ ਬਖਸ਼ਿਸ਼ ਕਰਦੇ ਹਨ। ਇਸ ਮਨ ਨੂੰ ਸੰਬੋਧਨ ਕਰਕੇ ਸਾਨੂੰ ਸਾਰਿਆਂ ਨੂੰ ਇਹ ਪਵਿੱਤਰ ਸ਼ਬਦ ਉਥਾਨਕਾ ਮੁਤਾਬਕ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ
ਰਾਵੀ ਨਦੀ ਦੇ ਕਿਨਾਰੇ ਤੇ ਬੈਠਿਆਂ ਹੋਇਆਂ ਸਿੱਖ ਸੰਗਤਾਂ ਨੂੰ ਉਪਦੇਸ਼ ਦਿੰਦੇ ਹੋਏ ਉਚਾਰਨ ਕੀਤਾ, ਤੋ ਵਿਕਾਰਾਂ ਦੇ ਭਰੇ ਹੋਏ ਮਨ ਨੂੰ ਸਤਿਗੁਰਾਂ ਨੇ ਵਿਸ਼ੇ ਵਿਕਾਰਾਂ ਲੋਭ ਲਾਲਚਾਂ ਕਰਕੇ ਮੂਰਖ ਕਿਹਾ, ਬਲਕਿ ਮੂਰਖਾਂ ਦਾ ਵੀ ਮੂਰਖ, ਲੋਭੀਆਂ ਤੋਂ ਲੋਭੀ। ਜਿਸ ਤਰ੍ਹਾਂ ਰਾਵਣ ਦੀ ਗੱਲ ਕਰੀਏ ਆਪਾਂ, ਤਾਂ ਰਾਵਣ ਜਿਹੜਾ ਹੈ ਦੱਸਦੇ ਹੈ ਚਾਰੇ ਵੇਦਾਂ ਦਾ ਬਖਤਾ ਸੀ, ਬ੍ਰਾਹਮਣ ਸੀ, ਸੁੰਦਰ ਸੀ, ਔਰ ਉਸ ਦੇ ਕੋਲ ਸੋਨੇ ਦੀ ਲੰਕਾ ਸੀ, ਭਾਵ ਮਾਇਆ ਦਾ ਵੀ ਅੰਤ ਨਹੀਂ ਸੀ। ਦਸਾਂ ਦਿਸ਼ਾਵਾਂ ਨੂੰ ਉਹਨੇ ਆਪਣੇ ਕਾਬੂ 'ਚ ਕਰ ਲਿਆ ਸੀ, ਭਾਵ ਆਕਾਸ਼ ਲੋਕ ਵੀ ਕਾਬੂ 'ਚ ਕਰ ਲਿਆ, ਧਰਤੀ ਦੇ ਰਾਜੇ ਵੀ ਉਹਨੇ ਆਪਣੇ ਕਾਬੂ 'ਚ ਕਰ ਲਏ, ਆਕਾਸ਼ ਦੇ ਗ੍ਰਹਿ ਵੀ ਆਪਣੇ ਕਾਬੂ 'ਚ ਕਰ ਲਏ, ਅੱਠੇ ਦਿਸ਼ਾਵਾਂ, ਚਾਰ ਦਿਸ਼ਾਵਾਂ ਤੇ ਚਾਰੇ ਕੋਣ, ਸਭ ਕੁਝ ਆਪਣੇ ਕਾਬੂ 'ਚ ਕਰ ਲਿਆ। ਇਸੇ ਕਰਕੇ ਰਾਵਣ ਨੂੰ ਦਹਿ ਸਿਰਾ ਕਹਿੰਦੇ ਸੀ। ਹੋਰ ਕੋਈ ਇਹੋ ਜਿਹਾ ਬੱਚਾ ਨਹੀਂ ਸੀ ਕਿ ਜਨਮ ਤੋਂ ਹੀ ਉਹਦੇ 10 ਸਿਰ ਸੀ। ਸੰਸਾਰ ਦੇ ਉਹਦੀਆਂ ਮੂਰਤਾਂ ਬਣਾਉਂਦੇ ਹੋਏ ਇੱਕ ਸਿਰ ਦੇ ਸਾਈਡਾਂ 'ਤੇ 9 ਸਿਰ ਹੋਰ ਲਾ ਕਰਕੇ ਉਹਨੂੰ 10 ਸਿਰਾਂ ਵਾਲਾ ਬਣਾ ਦਿੱਤਾ। ਅਸਲ ਵਿੱਚ ਉਹ ਇੰਨਾ ਤਕੜਾ ਹੋ ਗਿਆ ਸੀ ਕਿ ਸਾਰੀ ਸ੍ਰਿਸ਼ਟੀ ਉਹਨੇ ਕਾਬੂ 'ਚ ਕਰ ਲਈ ਸੀ, ਇੱਕ ਪਰਮੇਸ਼ਰ ਨੂੰ ਛੱਡ ਕੇ। ਇੰਦਰ ਵਰਗੇ ਰਾਜੇ ਵੀ ਉਹਦੇ ਕਾਬੂ ਵਿੱਚ ਸਨ। ਬੈਸੰਤਰ ਜਾਂ ਕੇ ਕੱਪੜੇ ਧੋਈ, ਚੰਦ ਸੂਰਜ ਜਾਂ ਕੀ ਤਪਤ ਰਸੋਈ, ਭਾਵ ਕਹਿਣ ਤੋਂ ਹੈ ਕਿ ਸਾਰੇ ਉਹਦੇ ਹੁਕਮ ਅੰਦਰ ਚੱਲ ਪਏ ਸੀ। ਇਹ ਸ੍ਰਿਸ਼ਟੀ ਨੂੰ ਉਹਨੇ ਆਪਣੇ ਕਾਬੂ 'ਚ ਕਰ ਲਿਆ ਸੀ, ਪਰ ਉਸ ਤੋਂ ਕਾਲ ਕਾਬੂ 'ਚ ਨਹੀਂ ਆਇਆ, ਮੌਤ ਕਾਬੂ 'ਚ ਨਹੀਂ ਆਈ। ਤੇ ਇੱਕ ਦਿਨ ਅਕਾਲ ਪੁਰਖ ਨੇ ਉਹਨੂੰ ਕਾਲ ਦੇ ਰਾਹੀਂ ਖਤਮ ਕਰ ਦਿੱਤਾ। ਤੇ ਗੁਰਬਾਣੀ ਦੇ ਵਿੱਚ ਰਾਵਣ ਨੂੰ ਮੂਰਖ ਕਹਿ ਕੇ ਉਚਾਰਨ ਕੀਤਾ, ਲੰਕਾ ਗੜ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਏ। ਤੋ ਮੂਰਖਾਂ ਸਿਰ ਮੂਰਖ ਹੈ ਜੇ ਮੰਨੈ ਨਾਹੀ ਨਾਉ। ਉਹ ਵੱਡਾ ਮੂਰਖ ਹੈ ਜਿਹੜਾ ਪਰਮੇਸ਼ਰ ਦੇ ਨਾਮ ਨੂੰ ਸਮਝਦਾ ਨਹੀਂ, ਮੰਨਦਾ ਨਹੀਂ, ਜਾਣਦਾ ਨਹੀਂ। ਉਹਨੂੰ ਮੂਰਖਾਂ ਦਾ ਵੱਡਾ ਮੂਰਖ ਮੰਨਿਆ ਗਿਆ ਬਾਣੀ ਮੁਤਾਬਕ। ਇਸੇ ਕਰਕੇ ਸਤਿਗੁਰ ਨੇ ਇੱਥੇ ਸਾਨੂੰ ਸਾਰਿਆਂ ਨੂੰ, ਸਾਡੇ ਇਹੋ ਜਿਹੇ ਮਨ ਨੂੰ ਜਿਹੜਾ ਕਿ ਲਾਲਚੀ, ਲੋਭੀ, ਵਿਸ਼ੇ ਵਿਕਾਰੀ ਹੁੰਦਾ ਹੈ, ਉਸ ਨੂੰ ਸਤਿਗੁਰਾਂ ਨੇ ਮੂਰਖ ਸੰਬੋਧਨ ਕਰਕੇ ਬੁਲਾਇਆ ਹੈ। ਇਹ ਮਨੋ ਮੂਰਖ ਲੋਭੀਆ, ਓਏ ਲਾਲਚੀ ਮਨਾ, ਓਏ ਮੂਰਖ ਮਨਾ, ਮੂਰਖਾਂ ਦਿਆ ਮੂਰਖਾ। ਲੋਭੀਆ, ਲੋਭੇ ਲੱਗਾ ਲੋਭਾਨ, ਤੂੰ ਬੜਾ ਲਾਲਚ ਵਿੱਚ ਫਸਿਆ ਹੋਇਆ ਹੈ, ਕਿਉਂਕਿ ਦੂਸਰਿਆਂ ਦੇ ਪਦਾਰਥਾਂ ਨੂੰ, ਦੂਸਰਿਆਂ ਦੀਆਂ ਵਸਤਾਂ ਨੂੰ ਦੇਖ ਕੇ ਤੂੰ ਉਹਨਾਂ ਨੂੰ ਆਪਣੀ ਬਣਾਉਣੀ ਚਾਹੁੰਦਾ। ਸ਼ਬਦ ਨਾ ਭੀਜੈ ਸਾਕਤਾ, ਸਾਕਤ ਮਨਮੁਖ। ਓਏ ਮਨਮੁਖ ਮਨਾ, ਮਨ ਮਤ ਕਰਨ ਵਾਲਿਆ, ਮਨ ਮਰਜ਼ੀ ਕਰਨ ਵਾਲਿਆ, ਸਾਕਤਾ। ਤੇਰੇ ਤੇ ਗੁਰਬਾਣੀ ਦਾ, ਗੁਰੂ ਦੇ ਬਚਨਾਂ ਦਾ ਕੋਈ ਅਸਰ ਹੀ ਨਹੀਂ ਹੁੰਦਾ, ਤੂੰ ਭੇਜਦਾ ਹੀ ਨੀਗਾ। ਪੱਥਰ ਦੀ ਨਿਆਈ ਹੋ ਗਿਆ ਤੂੰ, ਮੂਧੇ ਘੜੇ ਦੀ ਤਰ੍ਹਾਂ ਹੈ। ਕਿੰਨਾ ਮੀਂਹ ਪੈਂਦਾ ਬਾਣੀ ਦਾ, ਪਰ ਤੇਰੇ ਅੰਦਰ ਕੋਈ ਟਿੱਪ ਨਹੀਂ ਜਾਂਦੀ, ਕੋਈ ਬੂੰਦ ਨਹੀਂ ਜਾਂਦੀ। ਕੀ ਕਾਰਨ ਹੈ?
शब्द न भीजै साकता और गुरमतਿ ਵਿੱਚ ਨਾ ਆਉਣ ਕਰਕੇ, ਸ਼ਬਦ ਨਾਲ ਨਾ ਜੁੜਨ ਕਰਕੇ, ਗੁਰਬਾਣੀ ਮੁਤਾਬਕ ਨਾ ਚੱਲਣ ਕਰਕੇ ਤੇਰਾ ਆਉਣਾ ਜਾਣਾ ਬਣਿਆ ਰਹਿਣਾ। ਦੁਰਮਤ ਆਵਣ ਜਾਣ। ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਚਨ ਕੀਤੇ ਨਾਂਦੇੜ ਸਾਹਿਬ ਦੀ ਧਰਤੀ 'ਤੇ ਵੀ ਅੱਜ ਤੋਂ ਤੁਹਾਡਾ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੈ ਔਰ ਇਹਨੂੰ ਸਾਡੇ ਵਾਂਗੂ ਹੀ ਮੰਨਣਾ ਹੈ। ਇਹਨਾਂ ਬਚਨਾਂ ਨੂੰ ਜੋ ਵਾਰਤਾਲਾਪ 'ਚ ਹੋਏ, ਸਤਿਗੁਰਾਂ ਦੇ ਬਚਨਾਂ ਨੂੰ ਅੱਗੇ ਕਵਿਤਾ ਰੂਪ ਦੇਣ ਵਾਲੇ ਭਾਈ ਪ੍ਰਹਿਲਾਦ 3-4 ਸਿੱਖ ਹੋਏ ਜਿਨ੍ਹਾਂ ਨੇ ਸਤਿਗੁਰਾਂ ਦੇ ਬਚਨ ਸੁਣਨੇ ਤੇ ਉਹਨਾਂ ਨੂੰ ਫਿਰ ਗਾਹਾਂ ਸ਼ਬਦ ਬਣਾ ਦੇਣਾ। ਪੂਰੀ ਵਾਰਤਾ ਨੂੰ ਕੁਝ ਸ਼ਬਦਾਂ ਵਿੱਚ ਬੰਨ੍ਹ ਦੇਣਾ, ਕਿਉਂਕਿ ਵਾਰਤਾਲਾਪ ਕਈ ਵਾਰੀ ਵਿਸਰ ਜਾਂਦੀ ਹੈ, ਪਰ ਕਵਿਤਾ ਜਿਹੜੀ ਹੈ, ਸ਼ਬਦ ਜਿਹੜਾ ਹੈ ਉਹ ਬਣਿਆ ਰਹਿੰਦਾ। ਜਿਵੇਂ ਅਸੀਂ ਪੜ੍ਹਦੇ ਹਾਂ, ਆਗਿਆ ਭਈ ਅਕਾਲ ਕੀ ਤਵੈ ਚਲਾਇਓ ਪੰਥ। ਇਹ ਬਚਨ ਸਿੱਧੇ ਹੋਏ ਸਤਿਗੁਰਾਂ ਨੂੰ ਜਦ ਪੁੱਛਿਆ ਸਿੱਖਾਂ ਨੇ ਕਿ ਮਹਾਰਾਜ ਸਾਡਾ ਫਿਰ ਗੁਰੂ ਕੌਣ ਹੈ? ਤੁਸੀਂ ਬੰਦਾ ਸਿੰਘ ਬਹਾਦਰ ਨੂੰ ਸ਼ਸਤਰ ਦੇ ਕੇ ਥਾਪ ਦਿੱਤਾ ਹੈ ਤੇ ਇਹ ਸਾਡਾ ਗੁਰੂ ਹੈ? ਕਹਿੰਦੇ ਨਹੀਂ ਨਹੀਂ, ਇਹ ਗੁਰੂ ਨਹੀਂ, ਇਹਨੂੰ ਮੈਂ ਫੌਜਾਂ ਦਾ ਜਰਨੈਲ ਬਣਾਇਆ। ਜਿਹੜੇ ਰਹਿੰਦੇ ਕੰਮ ਹੈ ਉਹ ਇਹ ਕਰੇਗਾ, ਤੁਸੀਂ ਇਹਦਾ ਸਾਥ ਦੇਣਾ। ਤੇ ਫਿਰ ਗੁਰੂ ਕੌਣ ਹੈ? ਪਾਤਸ਼ਾਹ ਕਹਿੰਦੇ ਇਹ ਕੰਮ ਅਸੀਂ ਕੱਲ੍ਹ ਨੂੰ ਕਰਨਾ ਹੈ। ਤੇ ਦੂਸਰੇ ਦਿਨ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਸ਼੍ਰੀ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਸਤਿਗੁਰਾਂ ਦੇ ਅੱਗੇ 5 ਪੈਸੇ ਨਾਰੀਅਲ ਮੱਥਾ ਟੇਕ ਕਰਕੇ ਫਿਰ ਹੁਕਮ ਦਿੱਤਾ ਸਾਨੂੰ ਕਿ ਅੱਜ ਤੋਂ ਬਾਅਦ ਇਹ ਮੇਰਾ ਹੁਕਮ ਹੈ, ਮੈਨੂੰ ਜੋ ਆਗਿਆ ਹੋਈ ਮੈਂ ਪੂਰਾ ਕੀਤਾ। ਆਗਿਆ ਭਈ ਅਕਾਲ ਕੀ ਤਵੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ। ਇੱਥੇ ਆਗਿਆ ਦਿੰਦੇ, ਹੁਕਮ ਦਿੰਦੇ ਆ, ਜਿਹੜਾ ਮੰਨਣਾ ਹੀ ਪੈਂਦਾ। ਜਿਵੇਂ ਮਰਜ਼ੀ ਮੰਨੋ, ਉਹਨੂੰ ਮੰਨਣਾ ਹੀ ਪੈਣਾ। ਜਿਹੜੀ ਬੇਨਤੀ ਹੁੰਦੀ ਹੈ, ਕੋਈ ਮੰਨੇ ਜਾਂ ਨਾ ਮੰਨੇ ਮਰਜ਼ੀ ਹੈ, ਪਰ ਹੁਕਮ ਮੰਨਣਾ ਪੈਂਦਾ। तो सब सिखन को हुक्म है, गुरु मान्यो ग्रंथ, गुरु ग्रंथ जी मान्यो प्रगट गुरां की देह। बई इस ग्रंथ साहिब जी नूं साडे वांगू ही मनना है। हुण इत्थे एक गल सानू विसर गई है, एक गल साडे याद रह गई है। तो जिहड़ी विसर गई है वो गल भी बड़ी कीमती सी। वो की सीगा? गुरु साहब दे हुक्मां विच बचन है कि जिवें साडी गल हुण मनदे हो, ऐदां ही गुरु ग्रंथ साहिब विच लिखी बाणी नूं मनना है। ये गल तां भुलाती, मनण वाली गल तां। ते जिहड़ी सेवा संभाल है सचखंड दे विच, AC लाउणे, गर्मी विच सर्दी दे विच, गुरु प्यारिओ निगाह रखना, रजाइयां कंबल आदि देने गर्म, ये गल तो साडे याद रह गई। ये काम तो असीं बहुत करते हैं, सारे ही करते हैं, पर जिहड़ी जरूरी सी इस तो भी वो सी गल के गुरु ग्रंथ जी मान्यो प्रगट गुरां की देह, जो प्रभ को मिलवो चाहे खोज शब्द मैं लेहे। जिहड़ा परमेश्वर नूं पाउणा चाहुंदा होवे वो शब्द दी विचार कर लो। मेरा रूप ग्रंथ जी जान, इसमें भेद न रंचक मान। ये मेरा ही स्वरूप है। अज मैं शरीर विच हाँ, तुसीं मेरी गल मनदे हो, ये मेरियां ही तां गल्लां हन सारियां। 10वें पातशाह जी कहंदे मेरे ही तां बचन है सारे, जो 10 जामियां विच वरत के उचारण कीते, नोट कीते सारे। क्योंकि शब्द लंबा समा तक रहिंदा है, कदे खत्म नहीं हुंदा। शरीर आउंदे जांदे रहिंदे है। धन गुरु गोबिंद सिंह जी महाराज कहंदे मेरा रूप ग्रंथ जी जान, इसमें भेद न रंचक मान। जो मुझ बचन करन की चाहे, ग्रंथ विचार सुनो।
चित लाए आत्मा ग्रंथ ते शरीर मेरा पंथ जान। जो शरीर नाल करन वाले काम है वो खालसा पंथ करेगा। जो आत्मक उपदेश है ये शरीर नूं अगवाई देण वाला वो गुरु ग्रंथ साहिब जी करनगे। आपां नगर कीर्तन करते हैं उदों भी अरदास करते हाँ, आप जी की छत्र छाया हेठ पंज प्यारिਆਂ ਦੀ अगवाई विच नगर कीर्तन आरंभ करन लगे हैं। भाव गुरु ग्रंथ साहिब जी ते पंज प्यारे जद इकट्ठे हुंदे है ते पूर्ण स्वरूप हो जाता। इस करके सतगुरु पातशाह जी कहते मेरी गल मन्नियो ते मेरी गल तुहानूं होर कितों नहीं मिलनी, गुरु ग्रंथ साहिब चों मिलनी है। पर असी ये गल विसार दिती है जिहड़ी मनण वाली है, दूजी असी बहुत ज़्यादा मन्नी आ। होरा भी फर्क नहीं पैन दिंदे। सियाल दे चढ़दे नवे कंबल आ जाते, रजाइयां आ जांदियां, गर्मी दे चढ़दे AC चल पैंदे आ। चलो जे सेवा संभाल ना करते तो फिर भी मुश्किल सी गल। सेवा संभाल करनी भी जरूरी है पर गल मननी भी जरूरी है। सत्थ विच बैठ के गल्लां करे मेरा बापू बड़ा तकड़ा है, मेरे बापू कोले इन्नी जमीन है, मेरा बापू बड़ा सियाणा है, ते जद घरे कोई बापू कम कहे ते उदों मोढा मार जावे, पानी मंगे ते पानी ना फड़ावे, ते फिर दसो बापू तो खुश होवेगा? बापू तां खुश होवेगा जे बापू की गल भी मन्नी जावे। सिफत करचे ना कर गल मन, सो सिख सखा बंध पै भाई। जे गुर के भाने विच आवे अपने भाने जो चले भाई, विछड़ चोटां खावे। जिहड़ा आपदी मन मर्जी करदा वो विछड़ जांदा ते भटक जांदा। जिहड़ा गुरु दी मत अनुसार चलदा है वो घट्टो घट इस दी अगवाई अंदर सौखा जीवन बतीत कर लैंदा। इस करके सतगुरु पातशाह धन धन श्री गुरु नानक देव जी महाराज अज दे पवित्र बचन विच जो कि 19वां बचन है पवित्र बाणी का, ए मनो मूर्ख लोभिया लोभै लगा लोभान। ओ मूर्ख मना लालचिया, लालचियां दे लालचिया, मूर्खां दे मूर्खा। तू बड़ा ही लालच विच फसिया होया है। शब्द न भीजै साकता, ओए मनमुखा तेरे ते शब्द दा बचना दा असर क्यों नहीं हुंदा? जे तू इदां ही चलिया दुरमत विच मनमत विच, दुरमत आवण जान, फिर तेरी भटकना बनी रहनी है। फिर मैं नहीं कहना भी तू कदे मुक्त हो जाएगा इन्हां दुखां चों। इन्हां दुखां नूं तू उन्ना चिर नहीं कट सकदा जिन्ना चिर गुरमत अनुसार नहीं चलदा। साधु सतगुर जे मिलै ते महाराज फिर खजाना गुरमत दा कित्थों मिलूगा? हुण जद सिख नूं ये बेनती कीती, मनुख नूं ये दसिया भी तू गुरमत ग्रहण कर, फिर पुछदे जी ये गुरमत मिलू कित्थों? सतगुर दे कोलों। साधु जी ने अपने मन नूं साधिया होया ओहदी संगत कर। साधु दा मतलब है साधना करन वाला। जिन्हें अपने मन नूं साधिया है इस बिगड़े मन नूं ओहदे कोले लै जा, तेरा भी साध दूगा। तो साडे कोले श्री ग्रंथ साहिब महाराज जी की बाणी दे विच 36 उन्हां साधुआं दी बाणी है, रब दे प्यारिआं दी बाणी है जिन्हां ने अपने मन नूं साधिया। 15 भगतां ने, 11 भट्ट, 4 गुरमुख, 6 सतगुरां दी बाणी जिन्हां ने अपने मन नूं साध के सीधे रस्ते पा लिया है। ये उन्हां दे बचन सानू मार्गदर्शन करने वास्ते साडे कोल है, होर कित्थे जाना। साधु सतगुर जे मिले, जे गुरु मिल जावे मना ते गुरु दे चरनी लग, तां पाईए गुणी निधान। ते ये गुणां दा खजाना परिपूर्ण परमेश्वर परमात्मा गुरु दे कोलों ही मिलेगा। कल बेनती की सी कि परमेश्वर ने कृपा की सानू मनुख बनाया, होर कृपा की सानू गुरु नानक दे सिखां दे घरे पैदा किया। ये भी उहदी कृपा।
ਤੇ ਹੋਰ ਕਿਰਪਾ ਕੀਤੀ ਤੁਹਾਡੇ ਤੇ। ਵੇਖੋ ਅੰਮ੍ਰਿਤ ਵੇਲੇ ਗੁਰੂ ਘਰ ਆਉਣ ਦਾ ਤੁਹਾਨੂੰ ਗਿਆਨ ਬਖਸ਼ਿਆ, ਨਹੀਂ ਤਾਂ ਦੁਨੀਆ ਕਿੰਨੀ ਵਸਦੀ ਆ। ਤੇ ਤੁਹਾਨੂੰ ਜਿਹੜਾ ਹੈ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਦਰਸ਼ਨਾਂ ਦਾ ਹੁਕਮ ਦਿੱਤਾ, ਅੰਦਰੋਂ ਫੁਰਨਾ ਬਣਾਉਂਦਾ ਵੀ ਚਲੋ ਚੱਲੀਏ, ਇਹ ਵੀ ਉਹਦੀ ਕਿਰਪਾ। ਹੁਣ ਤੁਸੀਂ ਪਹੁੰਚ ਗਏ ਗੁਰੂ ਕੋਲੇ, ਹੁਣ ਤੁਸੀਂ ਹੱਥ ਬੰਨ੍ਹ ਕੇ ਅਰਦਾਸ ਕਰੋ। ਤਰਸ ਪਿਆ ਮਿਹਰਾ ਮਤ ਹੋਈ, ਸਤਿਗੁਰ ਸੱਜਣ ਮਿਲਿਆ ਤੇ ਹੁਣ ਕਿਰਪਾ ਕਰ। ਨਾਨਕ ਨਾਮ ਮਿਲੈ ਤਾਂ ਜੀਵਾ, ਤਨ ਮਨ ਥੀਵੈ ਹਰਿਆ। ਹੁਣ ਤੂੰ ਮੈਨੂੰ ਉਹ ਨਾਮ ਦੇ ਦੇ ਜਿਹੜਾ ਨਾਨਕ ਜੀ ਦੁਨੀਆ ਵਿੱਚ ਲੈ ਕੇ ਆਏ। ਪੰਜਵੇਂ ਨਾਨਕ ਸਤਿਗੁਰੂ ਅਰਜਨ ਦੇਵ ਜੀ ਕਹਿੰਦੇ ਹਨ, ਆਪਣੇ ਪਿਤਾ ਗੁਰੂ ਰਾਮਦਾਸ ਜੀ ਨੂੰ ਮਾਨੋ ਕਿ ਹੇ ਸਤਿਗੁਰੂ ਤੁਸੀਂ ਮੈਨੂੰ ਮਿਲ ਗਏ, ਵੱਡੇ ਭਾਗਾਂ ਦੀ ਨਿਸ਼ਾਨੀ ਆ। ਹੁਣ ਉਹ ਨਾਮ ਵੀ ਦੇ ਦਿਓ ਜਿਹੜਾ ਮੈਂ ਮਾਂ ਦੇ ਪੇਟ ਵਿੱਚ ਬੈਠ ਕੇ ਜਪਦਾ ਸੀਗਾ। ਹੁਣ ਉੱਥੇ ਤਾਂ ਆਪਾਂ ਨਾ ਵਾਹਿਗੁਰੂ ਕਹਿਣ ਜਾਣਦੇ ਸੀ, ਨਾ ਰਾਮ ਕਹਿਣ ਜਾਣਦੇ ਸੀ, ਫਿਰ ਉੱਥੇ ਕਿਹੜਾ ਨਾਮ ਜਪਦੇ ਸੀ, ਜਦੋਂ ਕਿ ਉੱਥੇ ਨਾਮ ਤੋਂ ਬਗੈਰ ਬਚੇ ਹੀ ਨਹੀਂ। ਤਿੱਥੈ ਤੂੰ ਸਮਰੱਥ, ਜਿੱਥੈ ਕੋਈ ਨਾਹੇ ਉਥੈ ਤੇਰੀ ਰੱਖ ਅਗਨੀ, ਉਧਰ ਮਾਹੇ ਸੁਣ ਕੇ ਜਮ ਕੇ ਦੂਤ, ਨਾਏ ਤੇਰੇ ਛੱਡ ਜਾਹੇ। ਜਿਵੇਂ ਅੱਗ ਵਿੱਚੋਂ ਪ੍ਰਹਿਲਾਦ ਬਚ ਗਿਆ, ਬਾਹਰੀ ਤੌਰ ਤੇ ਉਦਾਹਰਨ ਹੈ ਸਾਡੇ ਸਾਹਮਣੇ। ਬਈ ਅੱਗ ਦੀਆਂ ਲਪਟਾਂ ਦੇ ਵਿੱਚ ਪ੍ਰਹਿਲਾਦ ਨੂੰ ਸੇਕ ਨਹੀਂ ਲੱਗਿਆ, ਜਦੋਂ ਕਿ ਉਹਦੀ ਭੂਆ ਸੜ ਕੇ ਸਵਾਹ ਹੋ ਗਈ, ਲੱਕੜਾਂ ਮੱਚ ਗਈਆਂ ਸਾਰੀਆਂ, ਪਰ ਪ੍ਰਹਿਲਾਦ ਨਹੀਂ ਮੱਚਿਆ। ਇਹ ਬਾਹਰੀ ਤੌਰ ਤੇ ਉਦਾਹਰਨ ਹੈ ਸਾਡੇ ਸਾਹਮਣੇ। ਬਾਬਾ ਬਿਧੀ ਚੰਦ ਜੀ ਜਿਹੜੇ ਕਿ ਗੁਰੂ ਪਿਆਰਿਓ ਭੱਠੇ ਦੇ ਵਿੱਚ ਬੈਠ ਗਏ, ਤੇ ਹਰਗੋਬਿੰਦ ਸਾਹਿਬ ਜੀ ਨੇ ਐਸੀ ਕਿਰਪਾ ਕੀਤੀ ਅੰਮ੍ਰਿਤਸਰ ਤੋਂ ਬੈਠ ਕੇ ਕਿ ਉਹਨਾਂ ਨੂੰ ਭੱਠੇ ਦਾ ਸੇਕ ਨਹੀਂ ਲੱਗਿਆ। ਸੋ ਇਸੇ ਤਰ੍ਹਾਂ ਹੀ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਇਹ ਤਾਂ ਬਾਹਰਲੀ ਅੱਗ ਹੈ ਤੇ ਐਸੀ ਅੱਗ ਇੱਕ ਅੰਦਰ ਹੈ ਜਿਹਦੇ ਵਿੱਚ ਬੱਚਾ ਬੈਠਦਾ ਹੈ। ਬੱਚੇ ਦੀ ਗੁਰੂ ਪਿਆਰਿਓ ਪੈਦਾਇਸ਼ ਹੁੰਦੀ ਹੈ, ਵਧਣਾ ਫੁੱਲਣਾ ਹੁੰਦਾ ਹੈ, ਮਾਂ ਦੇ ਸਵਾਸ ਨਾੜੀ ਨਾਲ ਜੁੜ ਜਾਂਦਾ ਬੱਚਾ, ਜਿਹਨੂੰ ਅਸੀਂ ਨਾੜੂਆ ਕਹਿੰਦੇ ਹਾਂ। ਉਹਦੇ ਵਿੱਚੋਂ ਹੀ ਸਵਾਸ ਤੇ ਖੂਨ ਤਿਆਰ ਪਰ ਤਿਆਰ ਬੱਚੇ ਨੂੰ ਮਿਲਦਾ ਹੈ। ਤੇ ਉੱਥੇ ਕਿੰਨੀ ਅੱਗ ਹੈ, ਕਿੰਨੀ ਗਰਮੈਸ਼ ਹੈ, ਪਰ ਉਸ ਗਰਮੈਸ਼ ਦੇ ਵਿੱਚ ਬੱਚੇ ਨੂੰ ਬਚਾਉਣ ਵਾਲਾ ਕੌਣ ਹੈ? ਪਰਮੇਸ਼ਰ ਦਾ ਨਾਮ। ਉਹੀ ਅੱਗ ਇਹਦੀ ਸੇਵਾ ਕਰਦੀ ਹੈ। ਭੈ ਵਿੱਚ ਪਵਨ ਵਹੈ ਸਦਵਾਓ, ਭੈ ਵਿੱਚ ਚੱਲੈ ਲੱਖ ਦਰਿਆਓ, ਭੈ ਵਿੱਚ ਅਗਨ ਕੱਢੈ ਬੇਗਾਰ, ਭੈ ਵਿੱਚ ਧਰਤੀ ਦੱਬੀ ਭਾਰ। ਜੇ ਸਾਰੇ ਗ੍ਰਹਿ ਪਰਮੇਸ਼ਰ ਦੇ ਹੁਕਮ ਅੰਦਰ ਹੈ ਤੇ ਪਰਮੇਸ਼ਰ ਦੇ ਨਾਮਲੇ ਹੁਕਮ ਅੰਦਰ ਵੀ ਹੈ। ਜਿੱਥੇ ਪਰਮੇਸ਼ਰ ਦਾ ਨਾਮ ਲਿਆ ਜਾਂਦਾ ਉੱਥੇ ਵੀ ਇਹ ਗ੍ਰਹਿ, ਇਹ ਤੱਤ ਸਾਰੇ ਮਨੁੱਖ ਤੇ ਅਸਰ ਨਹੀਂ ਕਰਦੇ। ਅੱਗ ਵੀ ਅਸਰ ਨਹੀਂ ਕਰ ਸਕਦੀ ਉਹਨਾਂ ਤੇ ਜਿਹੜੇ ਪਰਮੇਸ਼ਰ ਦੇ ਨਾਮ ਨਾਲ ਜੁੜੇ ਹੋਏ ਆ। ਕਿੰਨੀਆਂ ਉਦਾਹਰਨ ਹੈ। ਧੰਨ ਗੁਰੂ ਅਰਜਨ ਦੇਵ ਜੀ ਦੇ ਸਮੇਂ ਇੱਕ ਪ੍ਰੀਖਿਆ ਪੈ ਗਈ। ਤਪਦੇ ਤੇਲ ਦੇ ਕੜਾਹੇ ਵਿੱਚ ਇੱਕ ਸਿੱਖ ਦੀ ਬਾਂਹ ਪਵਾਈ ਗਈ ਤੇ ਇੱਕ ਮੁਸਲਮਾਨ ਦੀ ਪਵਾਈ ਗਈ, ਤੇ ਮੁਸਲਮਾਨ ਦੀ ਬਾਂਹ ਮੱਚ ਗਈ ਤੇ ਸਿੱਖ ਦੀ ਬਚ ਗਈ ਤਪਦੇ ਤੇਲ 'ਚ। ਉੱਥੇ ਵੀ ਨਾਮ ਹੀ ਵਰਤਿਆ, ਕਹੋ ਸਤਨਾਮ ਸ੍ਰੀ। ਸਾਖੀ ਹੈ ਇਹ। ਕਹਿੰਦੇ ਇੱਕ ਮੁਸਲਮਾਨ ਵੀਰ ਹੈ ਜਿਹੜਾ ਉਹ ਅਮਾਨਤਾਂ ਲੋਕਾਂ ਦੀਆਂ ਰੱਖਦਾ ਹੈ। ਅੱਜ ਕੱਲ੍ਹ ਤਾਂ ਬੈਂਕਾਂ ਦੇ ਵਿੱਚ ਰੱਖ ਜਾਂਦੇ ਹਾਂ ਅਸੀਂ। ਉਦੋਂ ਲੋਕਾਂ ਨੇ ਅਮਾਨਤ ਕੇਂਦਰ ਬਣਾਏ ਹੁੰਦੇ ਸੀ ਤੇ ਰਜਿਸਟਰ ਲੱਗੇ ਹੁੰਦੇ ਬਕਾਇਦਾ। ਜੇ ਕਿਸੇ ਨੇ ਦਿੱਲੀ ਤੋਂ ਲਾਹੌਰ ਜਾਣਾ ਹੈ ਤੇ ਆਪਣਾ ਕੀਮਤੀ ਸਮਾਨ ਉੱਥੇ ਜਮ੍ਹਾਂ ਕਰ ਜਾਂਦੇ, ਆ ਕੇ ਲੈ ਲੈਂਦੇ। ਕਹਿੰਦੇ ਇਸ ਅਮਾਨਤਾਂ ਵਾਲੇ ਮਨੁੱਖ ਦਾ ਇੱਕ ਮਿੱਤਰ ਸੀ, ਉਹ ਗੁਰਸਿੱਖ ਸੀ, ਪੰਜਵੇਂ ਪਾਤਸ਼ਾਹ ਦਾ ਸੇਵਕ ਸੀ। ਇਹਨੂੰ ਕਿਤੇ ਜਾਣਾ ਪੈ ਗਿਆ ਤੇ ਇਹ ਜਾਂਦਾ ਜਾਂਦਾ ਉਹਦੇ ਕੋਲੇ ਆਪਣੀ ਅਮਾਨਤ ਕੁਝ ਮੋਹਰਾਂ ਹੈ ਉਹ ਧਰਨ ਵਾਸਤੇ ਆ ਗਿਆ।
और फड़ा करके मोहरां दी थैली कहन लगे भाई साहब आ कुछ अमानत है मेरी इत्थे रखो तो मैं आके लै लूँगा। कई बारी मित्र हुंदे आ कहने कोई नहीं फिक्र ना कर मैं सांभ लूँगा जा तू, ते उसने उसनू तोड़ दिता। अमानत चक के कुजे च रखती, बारी च रखती, जो बने हुए सी भांडे उहदे कोल, ते रजिस्टर ते लिखना भुल गया मैं मेरे इस फलाने मित्र दी या फलाने बंदे दी इन्नी अमानत है, इन्ने नंबर भांडे च पई आ। वो लिखना भुल गया। जो कुछ समय बाद वो मुड़ के आया, वो कहना लियाओ जी साडे माया। उन्हें रजिस्टर फरोलिया, उस किते लभ्या ही ना लिखिया होया। वो कहना भी तुसी रख के नहीं गए मेरे कोल, किते होर रखी होनी है। कहना मैं तेरे कोल ही रखी है। ते गुरु प्यारिओ वो मन्ने ना, वो कहना जी रखी हुंदी यार मैं लिखिया हुंदा, रजिस्टर च लिखना भुल गया मैं, मतलब कि मेरे को लिखिया ही नहीं हैगा, फिर मैं किवें देवां कित्थों देवां, किहड़ी तेरी अमानत है, मेरे कोल कुछ नहीं हैगा। गल वध गई, लड़ाई तक पहुँच गई। तो उन्हें सिख ने जाके राजे को दसता भी राजा साहब देखो ये बंदा मेरी अमानत खयानत करता है, मेरा समान नप लिया ने, हुण दिंदा नहीं, मैं कोल धर के गया। राजे ने फैसले वास्ते सद लिया, हाँ भी दस। कहना जी धर के नहीं गया, धरिया हुंदा तो मेरे को लिखिया हुंदा रजिस्टर च। हुण राजा इत्थे गुरु प्यारे अड़ गया बेचारा, की फैसला करे। वो कहन लगे हुण आपदे रब ते छड्डो, तू खुदा नूं मनदा है, मुहम्मद साहब नूं मनदे हो, तू सिख है, गुरु अर्जन देव नूं मनदा है, भाई मैं तां कल नूं तुहाडी परीखिया इस तरह लऊंगा, तेल दी गर्म कड़ाही दे विच हत्थ पवा के, ते जिहड़ा सच्चा होया वो बच जूगा, जिहड़ा झूठा होया मच जूगा। ते जिहदा हत्थ मच गया वो झूठा है, जिहदा बच गया वो सच्चा है। हुण गुरु प्यारो कल का टाइम देता, तो सारी रात दोने अरदासां करते रहे। हुण वो आपदे जने तां सच्चा सी कि उहदे कोल लिखिया नहीं हैगा, ते सिख तां सच्चा कि उहनूं याद है कि वो इत्थे फड़ा के गया है। सिख सारी रात सतगुरु अर्जन देव जी नूं बेनती करदा रहा, महाराज किरपा करो मैं झूठा नहीं हाँ, मैं झूठ नहीं बोलदा, मैं फड़ाई सी। कि मुसलमान अरदासां करदा रहा, उन्हें जितने भी इन्हां दे पीर फकीर है सारे अगे बेनतियां कीतियां, मैं शील नहीं चढ़ाऊँगा, मैं प्रसाद चढ़ाऊँगा, मेरा हथ ना मचे, मैं किसी दी कोई अमानत नहीं नपी। तो गुरु प्यारे दूसरा दिन चढ़िया, तो राजे ने तेल की कड़ाही कहने गर्म करा ली, कहने हथ पाओ हुण इहदे च। कहें जो दोनों ने वारी वारी हथ पवाए गए, तो दोनों ने अपने गुरु पीर नूं याद किया। वो अमानतां वाल दा हथ सड़ गया, तो वह सिख दा बच गया। राजा कहता तू झूठा है, इहदा समान नप्पिया है, इहदा हथ क्यों नहीं मचिया? वो कहना मैनू नहीं पता। समा बतीत हुंदा गया, शर्मशार होया बेचारा, घर चलिया गया। की करदा हुण, हथ मच गया सामने, सिख दा मचिया नहीं कहंदे। समा आया जिवें आपां दिवाली ते सफाई करदे आ, साल छमाही कहंदे ने दुकान की सफाई की, भांडे भूंडे साफ किए, रेता करदा झाड़ के अमानतां विच रखी जांदा है, विच ही उहदे नंबर पर्चियां पाईयां होईयां। ते अखीर चलदे चलदे एक बर्तन एक कुजा चक्किया, उहदे विच मोहरां तां पईयां पर पर्ची कोई नहीं। ते वेखदਿਆਂ ही थैली नूं इहदे पड़क याद आ गया भी ये तां थैली उह सिख दी है। फिर पता लग्या भी अमानत मेरे कोले आई सी, ते पर मैं लिखिया नहीं गा। ते ओह लै करके अमानत वाली थैली सिख दे घरे पहुँच गया। जा कहना भाई साहब तुहाडी अमानत मिल गई है। वो कहना हुण कित्थों मिल गई? कहन लग्या विच ही पई सी, मैनूं याद नहीं रहा, मैनूं पता नहीं, आ फड़ तेरी अमानत। वो कहंदा हुण मैं आई नहीं लैंदा ये अमानत। ते उत्थों दोने फिर गुरु अर्जन देव महाराज जी दे कोल आए। उत्थे गलबात होई, कहन लगे
ਆਹ ਗੱਲ ਹੈ ਸਾਰੀ। ਤੇ ਸਤਿਗੁਰੂ ਅਰਜਨ ਦੇਵ ਜੀ ਨੂੰ ਪੁੱਛਦੇ ਆ, ਮਹਾਰਾਜ ਇਹ ਕਿੱਦਾਂ ਹੋਇਆ? ਫਿਰ ਇਹਦੇ ਕੋਲੇ ਲਿਖਿਆ ਨਹੀਂ ਸੀਗਾ, ਝੂਠਾ ਇਹ ਵੀ ਨਹੀਂ ਸੀਗਾ ਤੇ ਝੂਠਾ ਮੈਂ ਵੀ ਨਹੀਂ ਸੀਗਾ, ਤੇ ਇਹਦਾ ਹੱਥ ਸੜ ਗਿਆ, ਮੇਰਾ ਕਿਉਂ ਬਚ ਗਿਆ? ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ, ਸਿੱਖਾ ਤੂੰ ਕਿਹਨੂੰ ਯਾਦ ਕੀਤਾ ਸੀਗਾ? ਕਹਿੰਦਾ ਜੀ ਮੇਰਾ ਤੁਹਾਡੇ ਤੋਂ ਬਗੈਰ ਕੌਣ ਹੈ? ਮੈਂ ਤਾਂ ਤੁਹਾਨੂੰ ਹੀ ਬੇਨਤੀਆਂ ਕਰਦਾ ਰਿਹਾ ਸਾਰੀ ਰਾਤ। ਤੇ ਤੂੰ ਭਾਈ? ਕਹਿੰਦਾ ਜੀ ਮੈਂ ਕਿਤੇ ਇੱਕ ਨੂੰ ਯਾਦ ਕੀਤਾ? ਮੈਂ ਤਾਂ ਜਿੰਨੇ ਪੀਰ ਫਕੀਰ ਆ ਸਾਡੇ ਸਾਰਿਆਂ ਦੀਆਂ ਸ਼ੀਰਨੀਆਂ ਸੁਖਲੀਆਂ। ਕਹਿੰਦੇ ਬਸ ਇਹੀ ਗਲਤੀ ਹੈ, ਸਿੱਖ ਨੇ ਮੇਰੀ ਡਿਊਟੀ ਲਾਈ, ਸਿੱਖ ਨੇ ਮੈਨੂੰ ਬੇਨਤੀ ਕੀਤੀ, ਮੈਂ ਆਪਣਾ ਫਰਜ਼ ਸਮਝ ਕੇ ਸਿੱਖ ਦੀ ਮਦਦ ਕਰਤੀ, ਤੇ ਤੂੰ 50 ਜਣਿਆਂ ਨੂੰ ਕਹਿਤਾ, ਉਹ ਸਾਰਿਆਂ ਨੇ ਸੋਚ ਲਿਆ ਵੀ ਉਹ ਵਾਗਿਆ ਹੋਣਾ, ਉਹ ਵਾਗਿਆ ਹੋਣਾ, ਤੇ ਆਇਆ ਕੋਈ ਵੀ ਨਹੀਂਗਾ। ਇੱਕ ਨਾਲ ਜੁੜਨਾ ਚਾਹੀਦਾ। ਸੋ ਇਸ ਕਰਕੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਇਹੀ ਗੱਲ ਕਹਿੰਦੇ ਆ, ਭਲਿਆ ਤੂੰ ਉਸ ਇੱਕ ਨਾਲ ਕਿਉਂ ਨਹੀਂ ਜੁੜਦਾ? ਥਾਂ ਥਾਂ ਭਟਕ ਰਿਹਾ। ਸਾਧੂ ਸਤਿਗੁਰ ਜੇ ਮਿਲੇ ਪਾਈਐ ਗੁਣੀ ਨਿਧਾਨ। ਜੇ ਸਤਿਗੁਰ ਨੂੰ ਮਿਲੀਏ, ਗੁਰੂ ਦੇ ਲੜ ਲੱਗੀਏ, ਤਾਂ ਉਹ ਗੁਣਾਂ ਦਾ ਖਜ਼ਾਨਾ ਪਰਮੇਸ਼ਰ ਪ੍ਰਾਪਤ ਹੋ ਸਕਦਾ ਹੈ। ਤੁਮਰੀ ਕਿਰਪਾ ਤੇ ਮਾਨੁਖ ਦੇਹ ਪਾਈ ਹੈ, ਦੇਹੋ ਦਰਸ ਹਰ ਰਾਇਆ ਮਾਲਕਾ। ਤੇਰੀ ਕਿਰਪਾ ਦੇ ਨਾਲ ਮਨੁੱਖਾ ਜਾਮਾ ਮਿਲਿਆ, ਹੁਣ ਦਰਸ਼ਨ ਵੀ ਦਿਓ। ਤੇ ਦਰਸ਼ਨਾਂ ਦਾ ਜਿਹੜਾ ਜੁਗਤ ਹੈ ਉਹ ਹੈ ਗੁਰੂ ਦੇ ਰਾਹੀਂ। ਏਕਾ ਬਾਣੀ ਇੱਕ ਗੁਰ, ਇੱਕੋ ਸ਼ਬਦ ਵਿਚਾਰ। ਸਾਰੀ ਬਾਣੀ ਦਾ ਇੱਕੋ ਮਕਸਦ ਹੈ, ਨਾਨਕ ਕਹਿ ਕਰ ਕੇਵਲ ਨਾਮ। ਪਰਮੇਸ਼ਰ ਦੇ ਨਾਲ ਜੋੜਨਾ। ਨਹੀਂ ਤਾਂ ਫਿਰ ਮੇਰੇ ਪ੍ਰੀਤਮ ਜੀ ਕਹਿੰਦੇ, ਮਨ ਰੇ ਹਉ ਮੈਂ ਛੋੜ ਗੁਮਾਨ। ਉਹ ਮਨਾ ਹੰਕਾਰ ਮਾਨ ਛੱਡ ਦੇ ਕਾਹਦਾ ਕਰਦਾ? ਆਪਣਾ ਹੰਕਾਰ ਛੱਡ ਕੇ ਹਰ ਗੁਰ ਸਰਵਰ ਸੇਵ ਤੂੰ ਪਾਵੈ ਦਰਗਹਿ ਮਾਨ। ਗੁਰੂ ਰੂਪੀ ਸਰੋਵਰ ਦੇ ਵਿੱਚ ਆਪਣੇ ਆਪ ਨੂੰ ਸਾਫ਼ ਕਰ। ਭਾਵ ਸਤਸੰਗ ਦੇ ਵਿੱਚ ਬੈਠ ਤੇ ਆਪਣੀ ਮਤ ਨੂੰ ਸਾਫ਼ ਕਰ। ਇਹਦੇ ਵਿੱਚ ਬੈਠ ਕੇ ਜਦ ਤੂੰ ਸਾਫ਼ ਕਰੇਗਾ ਆਪਣੇ ਆਪ ਨੂੰ, ਹੰਕਾਰ ਛੱਡੇਗਾ, ਵਿਕਾਰਾਂ ਨੂੰ ਕੱਢੇਗਾ, ਤਾਂ ਦਰਗਾਹ ਦੇ ਵਿੱਚ ਤੈਨੂੰ ਸਤਿਕਾਰ ਮਿਲੇਗਾ। ਉਹ ਮਨੋ ਮੂਰਖ ਲੋਭੀਆ, ਲੋਭੇ ਲੱਗਾ ਲੋਭਾਨ। ਉਹ ਲਾਲਚੀ ਮਨਾ ਮੂਰਖ ਮਨਾ, ਕਿਆ ਤੂੰ ਇਹਨਾਂ ਚੱਕਰਾਂ 'ਚ ਪਿਆ ਹੋਇਆ? ਨਿਕਲ। ਸ਼ਬਦ ਨਾਲ ਜੁੜਨਾ ਕਰ। ਰਹਾਓ ਰਾਮ ਨਾਮ ਜਪ ਦਿਨ ਰਾਤ, ਗੁਰਮੁਖ ਹਰ ਧਨ ਜਾਣ। ਤੇਰਾ ਅਸਲੀ ਧਨ ਜਿਹੜਾ ਪਰਮੇਸ਼ਰ ਦਾ ਨਾਮ ਹੈ। ਇਹਾਂ ਖਾੜ ਚਲੋ ਹਰ ਲਾਹਾ, ਆਗਿਆ ਬਸਨ ਸੁਹੇਲਾ। ਜਹ ਮਹਾ ਭਿਆਨ ਤਪਤ ਬੋ ਕਾਮ, ਤੈ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ। ਇਹ ਜਿਹੜੀ ਮਾਇਆ ਰੂਪੀ ਧਨ ਹੈ, ਜਿਹੜੀ ਸੰਪਤੀ ਹੈ, ਜਿਹੜੀਆਂ ਜ਼ਮੀਨਾਂ ਕੋਠੀਆਂ ਕਿਲੇ, ਇਹ ਤਾਂ ਸਭ ਕੁਝ ਤੇਰਾ ਇੱਥੇ ਹੀ ਰਹਿ ਜਾਣਾ ਹੈ, ਤੇਰੇ ਨਾਲ ਕੁਛ ਨਹੀਂ ਜਾਣਾ। ਇਸ ਕਰਕੇ ਤੇਰਾ ਅਸਲੀ ਜਿਹੜਾ ਨਾਮ ਹੈ ਉਹ ਹੀ ਧਨ ਹੈ। ਨਾਮ ਨੂੰ ਇਕੱਠਾ ਕਰ। ਸਾਥ ਸਾਥ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਤੇਰੀਆਂ ਸਾਰੀਆਂ ਚਿੰਤਾਵਾਂ ਦੁੱਖਾਂ ਦਾ ਖਾਤਮਾ ਹੋ ਸਕਦਾ ਹੈ। ਇਸ ਕਰਕੇ ਦਿਨ ਰਾਤ ਜਪਿਆ ਕਰ। ਰਾਮ ਨਾਮ ਜਪ ਦਿਨ ਰਾਤ। ਵਾਹਿਗੁਰੂ 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 ਵਾਹਿਗੁਰੂ। ਰਾਮ ਨਾਮ ਜਪ ਦਿਨ ਰਾਤ, ਗੁਰਮੁਖ ਹਰ ਧਨ ਜਾਣ। ਇਹ ਹਰੀ ਦਾ ਨਾਮ ਹੀ ਤੇਰਾ ਅਸਲੀ ਧਨ ਹੈ, ਜਿਹੜਾ ਤੇਰੇ ਜਾਂਦੇ ਦੇ ਨਾਲ ਜਾਵੇਗਾ। ਕਿਉਂਕਿ ਸੂਖਮ ਦੇ ਨਾਲ ਸੂਖਮ ਹੀ ਜਾ ਸਕਦਾ ਹੈ। ਜਾਂ ਤਾਂ ਕੀਤੇ ਹੋਏ ਸਾਡੇ ਕਰਮ ਸਾਡੇ ਨਾਲ ਜਾਂਦੇ ਹੈ, ਤੇ ਜਾਂ ਜਪਿਆ ਪਰਮੇਸ਼ਰ ਦਾ ਨਾਮ ਜਾਂਦਾ ਹੈ।
ਉਹ ਵੀ ਜਾਂਦਾ ਹੈ ਜੋ ਦੁਨੀਆ ਵਿੱਚ ਠੱਗੀਆਂ ਚੋਰੀਆਂ ਲਾਲਚ ਕਰਕੇ ਕਰਦੇ ਆ, ਉਹ ਕੀਤੇ ਹੋਏ ਕਰਮਾਂ ਦਾ ਫਲ ਵੀ ਮਿਲਦਾ ਸਾਨੂੰ ਅੱਗੇ ਜਾ ਕੇ। ਚੰਗੇ ਕਰਮ ਕਰਾਂਗੇ ਉਹਨਾਂ ਦਾ ਫਲ ਵੀ ਮਿਲਦਾ ਹੈ, ਪਰ ਉਸ ਤੋਂ ਸ਼੍ਰੋਮਣੀ ਹੈ ਜਪੇ ਹੋਏ ਨਾਮ ਦਾ ਫਲ ਵੀ ਮਿਲਦਾ ਹੈ। ਇਹ ਨਾਮ ਜਿਹੜਾ ਤੈਨੂੰ ਪਰਮੇਸ਼ਰ ਦੇ ਵਿੱਚ ਮਿਲਾਉਣ ਵਾਲਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨਾਮ ਦੇ ਨਾਲ ਜੁੜਨਾ ਕਰ, ਸਭ ਸੁਖ ਹਰ ਰਸ ਭੋਗਣੇ, ਸੰਤ ਸਭਾ ਮਿਲ ਗਿਆਨ। ਇਹਦੇ ਵਿੱਚੋਂ ਤੈਨੂੰ ਸਾਰੇ ਹੀ ਸੁੱਖ ਪ੍ਰਾਪਤ ਹੋ ਸਕਦੇ ਹੈ। ਸੰਤਾਂ ਦੀ ਸਭਾ ਭਾਵ ਗੁਰੂ ਦੀ ਸੰਗਤ ਵਿੱਚ ਬੈਠ ਕਰਕੇ ਨਾਮ ਜਪਣਾ, ਇਹਦੇ ਵੀ ਤੈਨੂੰ ਸਾਰੇ ਸੁੱਖ ਮਿਲ ਸਕਦੇ ਆ। ਜਿਸ ਤਰ੍ਹਾਂ ਇਹ ਬਚਨ ਆਪਾਂ ਫਿਰ ਸਰਵਣ ਕਰੀਏ। ਜੈ ਮਹਾ ਭਿਆਨ ਤਬ ਤਬੋ ਕਾਮ, ਤੈ ਹਰ ਕੇ ਨਾਮ ਕੀ ਤੁਝ ਉਪਰ ਸ਼ਾਮ। ਜਹਾਂ ਤ੍ਰਿਖਾ ਮਨ ਤੁਝਿਆ ਕਰਖੈ, ਤੈ ਨਾਨਕ ਹਰ ਹਰ ਅੰਮ੍ਰਿਤ ਵਰਖੈ। ਜਿਹ ਮਾਰ ਕੇ ਗਣੇ ਜਾਹੇ ਨਾ ਕੋਸਾ, ਹਰ ਕਾ ਨਾਮ ਊਹਾਂ ਸੰਗ ਤੋਸਾ। ਜੇ ਸ਼ੋਭਾ ਕੋ ਲੋੜੈ, ਇਹ ਮਨੁੱਖ ਜਿਹੜੀ ਸ਼ੋਭਾ ਭਾਲਦਾ ਹੈ, ਉਹ ਸ਼ੋਭਾ ਵੀ ਪਰਮੇਸ਼ਰ ਦਾ ਨਾਮ ਜਪ ਕੇ ਮਿਲ ਜਾਣੀ ਹੈ। ਜਿਸ ਵਡਿਆਈ ਨੂੰ ਭਾਲਦਾ ਹੈ, ਉਹ ਵਡਿਆਈ ਵੀ ਨਾਮ ਜਪ ਕੇ ਮਿਲ ਜਾਣੀ ਹੈ। ਭਾਵੇਂ ਦੇ ਵਿੱਚੋਂ ਕਹਿੰਦੇ ਸਭ ਕੁਝ ਮਿਲ ਜਾਣਾ ਹੈ। ਕਮਾਲ ਦੀ ਗੱਲ ਹੈ। ਇੱਕ ਛੋਟੀ ਜਿਹੀ ਸਾਖੀ ਉਦਾਹਰਨ ਦੇ ਤੌਰ ਤੇ, ਜਦੋਂ ਬਾਦਸ਼ਾਹ ਅਕਬਰ ਸ਼੍ਰੀ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਲਈ ਗੋਇੰਦਵਾਲ ਸਾਹਿਬ ਪਹੁੰਚਿਆ, ਪਹਿਲਾਂ ਉਹਦਾ ਕਾਰਜ ਕੀਤਾ ਸੀਗਾ, ਫਿਰ ਇਹ ਦਰਸ਼ਨਾਂ ਕਰਨ ਲਈ ਆਇਆ। ਤੇ ਅੱਗੋਂ ਲਾਂਗਰੀ ਸਿੰਘਾਂ ਦੀ ਡਿਊਟੀ ਸੀ ਵੀ ਜਿਹੜਾ ਵੀ ਆਵੇ ਪਹਿਲਾਂ ਲੰਗਰ ਛਕਾਉਣਾ। ਰਾਜੇ ਨੂੰ ਵੀ ਦੱਸਿਆ ਵੀ ਪਹਿਲਾਂ ਲੰਗਰ ਵਿੱਚ ਚੱਲ ਕੇ ਲੰਗਰ ਛਕੋ, ਫਿਰ ਦਰਸ਼ਨ ਹੋਣਗੇ। ਤੋ ਰਾਜਾ ਸੱਤ ਬਚਨ ਕਹਿ ਕੇ ਲੰਗਰ ਚਲਿਆ ਗਿਆ, ਲੰਗਰ ਛਕਿਆ, ਫਿਰ ਗੁਰੂ ਸਾਹਿਬ ਨੂੰ ਮਿਲਿਆ। ਕੁਝ ਦਿਨ ਪਾਤਸ਼ਾਹ ਕੋਲ ਰਿਹਾ ਤੇ ਰੋਜ਼ਾਨਾ ਸੰਗਤ ਵਿੱਚ ਬੈਠ ਕੇ ਲੰਗਰ ਛਕਣ ਲੱਗਿਆ। 36 ਪ੍ਰਕਾਰ ਦੇ ਭੋਜਨ ਬਣਦੇ ਆ ਲੰਗਰ ਦੇ ਵਿੱਚ, ਖੀਰ, ਕੜਾਹ, ਦਾਲਾਂ, ਸਬਜ਼ੀਆਂ ਆਦਿ। ਬਹੁਤ ਸਵਾਦ ਲੱਗਿਆ ਲੰਗਰ ਬਾਦਸ਼ਾਹ ਅਕਬਰ ਨੂੰ। ਔਰ ਇੱਕ ਦਿਨ ਇਹਦੇ ਮਨ ਵਿੱਚ ਫੁਰਨਾ ਬਣਿਆ। ਸਤਿਗੁਰੂ ਪਾਤਸ਼ਾਹ ਆਪਣੇ ਸਮੇਂ ਦੌਰਾਨ ਜਦ ਲੰਗਰ ਵਰਤਦਾ ਸੀ, ਆਪ ਵੀ ਵਿੱਚ ਆ ਕੇ ਬਹਿੰਦੇ ਸੀ। ਗੁਰੂ ਸਾਹਿਬ ਦੀ ਚੌਂਕੀ ਲਾਈ ਹੁੰਦੀ ਸੀ ਬੈਠਣ ਵਾਸਤੇ, ਸੰਗਤ ਪੱਟੀਆਂ ਤੇ ਬੈਠ ਕੇ ਛਕਦੀ। ਸੋ ਬਾਦਸ਼ਾਹ ਪੱਟੀ ਤੇ ਬੈਠਾ ਹੈ, ਸਤਿਗੁਰੂ ਅਮਰਦਾਸ ਜੀ ਮਹਾਰਾਜ ਛਕ ਰਹੇ ਆ ਲੰਗਰ ਚੌਂਕੀ ਤੇ ਬੈਠ ਕੇ। ਇਹਦੇ ਮਨ ਵਿੱਚ ਫੁਰਨਾ ਆ ਗਿਆ ਵੀ ਸੰਗਤ ਦਾ ਲੰਗਰ ਇੰਨਾ ਵਧੀਆ ਬਣਿਆ ਹੈ ਤੇ ਗੁਰੂ ਸਾਹਿਬ ਦਾ ਲੰਗਰ ਤਾਂ ਬਹੁਤ ਵਧੀਆ। ਇਹਨੇ ਤਾਂ ਆਪਣੇ ਰਾਜਿਆਂ ਵਾਲੇ ਕੰਮ ਸੋਚਿਆ ਨਾ, ਵੀ ਜਨਤਾ ਨੂੰ, ਮੰਤਰੀਆਂ ਨੂੰ ਸਹੂਲਤਾਂ ਜੋ ਦਿੱਤੀਆਂ, ਰਾਜਾ ਤਾਂ ਉਦੋਂ ਵੱਧ ਭੋਗਦਾ ਹੈ। ਬਈ ਗੁਰੂ ਅਮਰਦਾਸ ਜੀ ਦਾ ਭੋਜਨ ਤਾਂ ਇਦੋਂ ਵੀ ਸਵਾਦ ਹੋਣਾ, ਜੇ ਕਦੇ ਮਿਲ ਜੇ ਦੇਖੀਏ ਸਹੀ। ਬਸ ਇਹਨੇ ਫੁਰਨਾ ਬਣਾਇਆ ਤੇ ਸਤਿਗੁਰੂ ਅਮਰਦਾਸ ਜੀ ਨੇ ਫੜ ਲਿਆ ਔਰ ਆਪਣੇ ਲਾਂਗਰੀ ਬੱਲੂ ਨੂੰ ਕਹਿਣ ਲੱਗਿਆ, ਬੱਲੂ, ਹਾਂ ਮਹਾਰਾਜ, ਆ ਸਾਡੇ ਵਾਲੇ ਭੋਜਨ ਚੋਂ ਥੋੜਾ ਭੋਜਨ ਦੇ ਰਾਜਾ ਸਾਹਿਬ ਨੂੰ। ਹੁਣ ਗੁਰੂ ਸਾਹਿਬ ਜੀ ਅਲੂਣਾ ਦਲੀਆ, ਭਾਵ ਲੂਣ ਵੀ ਨਹੀਂ ਪਾਉਂਦੇ, ਮਿੱਠਾ ਵੀ ਨਹੀਂ ਪਾਉਂਦੇ, ਉਹ ਦਲੀਆ ਛਕਦੇ ਸੀ। ਤੇ ਭਾਈ ਬੱਲੂ ਨੇ ਥਾਲੀ ਵਿੱਚ ਪਾ ਕੇ ਉਹ ਦਲੀਆ ਰਾਜਾ ਸਾਹਿਬ ਦੇ ਮੂਹਰੇ ਰੱਖਤਾ। ਹੈਰਾਨ ਹੋਇਆ ਵੀ ਗੁਰੂ ਸਾਹਿਬ ਨੇ ਤਾਂ ਮਨ ਦੀ ਗੱਲ ਬੁੱਝ ਲਈ ਮੇਰੀ। ਖੁਸ਼ ਵੀ ਹੋਇਆ। ਤੇ ਜਦੋਂ ਉਸਨੇ ਦੇਖਿਆ ਤਾਂ ਕੋਰਾ ਹੀ ਦਲੀਆ ਕਣਕ ਦਾ, ਬਾਜਰੇ ਦਾ ਮਿਕਸ ਕਰਕੇ ਬਣਾਇਆ ਹੁੰਦਾ ਸੀ ਪੁਰਾਣੇ ਸਮਿਆਂ 'ਚ। ਜਦ ਦਲੀਏ ਦੀ ਕਹਿੰਦੇ ਉਸਨੇ ਇੱਕ ਬੁਰਕੀ ਲਾਈ ਤੇ ਪਹਿਲਾਂ ਉਹਨੂੰ ਮਿੱਠੇ ਦਾ ਸਵਾਦ ਆਇਆ, ਕਹਿੰਦਾ ਬਹੁਤ ਸਵਾਦ ਹੈ ਬਈ। ਪਰ ਦੂਜੀ ਬੁਰਕੀ ਲਾਈ ਤੇ ਲੂਣ ਦਾ ਸਵਾਦ ਆਇਆ। ਗੱਲ ਮੁਕਾਓ ਕਿ ਜਿੰਨੀਆਂ ਬੁਰਕੀਆਂ ਉਹਨੇ ਦਲੀਏ ਦੀਆਂ ਖਾਧੀਆਂ, ਸਾਰੀਆਂ ਦਾ ਸਵਾਦ ਬਦਲ ਬਦਲ ਕੇ ਆਇਆ। ਤੇ ਉਹ ਹੈਰਾਨ ਹੋ ਗਿਆ ਵੀ ਇਹ 'ਚ ਕਿਹੜਾ ਸਵਾਦ ਹੈ ਤੇ ਕਿਹੜਾ ਨਹੀਂ ਹੈਗਾ। ਮੈਨੂੰ ਹੈਰਾਨ ਹੋਇਆ, ਇਹ ਗੱਲ ਪੁੱਛਦਾ ਹੈ। ਪਾਤਸ਼ਾਹ ਜੀ ਕਹਿੰਦੇ, ਭਾਈ ਸਾਡਾ ਤਾਂ ਲੂਣਾ ਦਲੀਆ, ਇਹ ਤੈਨੂੰ ਕੌਤਕ ਪਰਮੇਸ਼ਰ ਨੇ ਦਿਖਾਏ ਸਾਰੇ। ਪਰਮੇਸ਼ਰ ਤੇਰੇ ਤੇ ਖੁਸ਼ ਹੈ। ਤੇ ਰਾਜਾ ਖੁਸ਼ ਹੋ ਕੇ ਫਿਰ ਗੁਰੂ ਘਰ ਦੇ ਲੰਗਰ ਵਾਸਤੇ
ਕਹਿਣ ਲੱਗਿਆ मैं अपने खजाने चों माया भेजिया करांगा लंगर चलाउण वास्ते। महाराज पातशाह कहन लगे राजा साहब ये लंगर कोई राजा नहीं चला सकता, इनू परमेश्वर ही चलाउंदा है, कोई मनुख भी नहीं चला सकता। ठीक है तू अपनी जिंदगी विच राशन भेजी जावेगा, पर जब तू मर गया फिर कौन लियाऊगा? ये तो संगत ही चलाउंदी है, संगत साडी कदे खत्म होने वाली नहीं। कहो सतनाम। 2-4 जीव चले गए, 5-7 होर जुड़ गए, हम संगत बनी रहनी है तो लंगर हमेशा चलता रहना है, ये अतुट चलना है। तो कहन तो भाव है कि सारे सुख सब सुख हर रस भोगने, हरि दे नाम दे विचों तैनूं सारे रस भी आ जाणगे, सारे सुख भी मिल जाणगे। पाईऐ गुरमुख सब सुख हर रस भोगने, संत सभा मिल ज्ञान। पर शर्त है कि सत्संग विच बैठिया कर, गुरु की गल सुनिया कर। सब सिखन को हुक्म है गुरु मानियो ग्रंथ। गुरु ग्रंथ जी मानियो प्रगट गुरां की दे। इस गल नूं कहा सीगा बई जिवें हुण मेरी गल सुणदे हो इदां ही बाणी नूं सुणदे रहे हो। पातशाह कहने मेरा रूप ग्रंथ जी जान, इसमें भेद न रंच कमान। जो मुझ बचन करन की चाहे, ग्रंथ विचार सुनो चित लाए। नित अहनिस हर प्रभ सेविया, सतगुर दिया नाम। ते जिन्हां ने गुरु दे नाल प्रीति पाई, सतगुर ने उन्हां नूं नाम दी दात बख्श दित्ती। धन धन श्री गुरु अमरदास महाराज जी ने बहुत सारे ब्रह्म ज्ञानी तैयार करके प्रचार लई भेजे, जिन्हों आपां कहने आ 22 मंजियां थापणियां। ਉਹ ਸਿੱਖ ਜਿਹੜੇ ਉਹਨਾਂ ਦੀ ਸ਼ਰਨ ਵਿੱਚ ਆਏ, ਜਿਹੜੇ ਕੁਛ ਵੀ ਜਾਣਦੇ ਨਹੀਂ, ਅਨਪੜ੍ਹ। ਜਿਵੇਂ ਸੱਚਨ ਸੱਚ ਇੱਕ ਸਿੱਖ ਹੈ, ਬਿਲਕੁਲ ਕੋਰਾ ਅਨਪੜ੍ਹ ਸਿੱਖ ਹੈ ਉਹ, ਪਰ ਸੇਵਾ ਕਰਦਾ ਲੰਗਰ ਦੀਆਂ ਲੱਕੜਾਂ ਲਿਆਉਣ ਦੀ। ਤੇ ਜਿੱਦਣ ਇਸ ਦੀ ਸੇਵਾ ਪੂਰੀ ਹੋਈ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹ ਤੇ ਬਖਸ਼ਿਸ਼ ਕੀਤੀ, ਇਹਦੀ ਸ਼ਾਦੀ ਵੀ ਕਰ ਦਿੱਤੀ। ਔਰ ਫਿਰ ਇਸ ਨੂੰ ਦੋਨਾਂ ਜੀਆਂ ਨੂੰ ਇਹਨਾਂ ਦੇ ਹੀ ਇਲਾਕੇ ਵਿੱਚ ਪ੍ਰਚਾਰ ਲਈ ਭੇਜਿਆ। ਔਰ ਇੱਦਾਂ ਦੇ ਕਿੰਨੇ ਹੀ ਸਿੱਖ ਸਤਿਗੁਰਾਂ ਕੋਲ ਆਉਂਦੇ ਹੈ। ਕਰਮ ਕਰਤ ਹੋਵੇ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਉਹਨਾਂ ਨੂੰ ਰੱਬ ਹੀ ਬਣਾ ਦਿੰਦੇ ਹੈ, ਆਪਣਾ ਰੂਪ ਹੀ ਦੇ ਦਿੰਦੇ ਹੈ। ऐसे मेरे प्रीतम जी जिन्होंने दिन रात परमेश्वर नूं सिमरिया, सतगुर ने उन्हां ते कृपा करती। बाकी दूजियां दी गल भी नाल करदे है, कोकर कूड़ कमाई है। बाकी संसार कुत्तियां दी तरह झूठ नाल जुड़िया होया है। कुत्ता इत्थे क्यों कहना पिया? ये लालच दी डेफिनेशन है। जे किसी नूं लालची कहना होवे तो असी कहने फलाना अफसर तो जमा कुत्तियां वर्गा, गल गल ते पैसे मंगदा। कहो सतनाम, एडा रिश्वती, एडा लालची। तो कुत्ते की कहानी है कि मूँह विच रोटी है, पानी कोल जाके खान लगे, देखे ये विच एक होर कुत्ता रोटी नहीं खड़ा, वह भी खो लवां। ये मनुख लालची है। सब दी थाली विच एक जां 2 कौलियां होणियां चाहीदियां, पर लालची मनुख कहंदा दूजियां दीयां कौलियां भी मेरी थाली च ही होण। ये मनो मूर्ख लोभिया, ओ लालची मूर्ख मना। नित लोभे लगा लुभान, तो बड़ा लालची है। शब्द न भीजै साखता होए मन मुखा, तेरे उत्ते भोरा भी गुरु की गल का असर नहीं हुंदा। शब्द न भीजै साखता दुरमति आवण जान। ये माड़ी मत करके तू भटकदा रहेगा। कुकर कूड़ कमाई है, गुर निंदा पचे पहचान। वो लोग जेड़े कुत्तियां दी न्याई भाव लालच दे विच आके झूठ बोल बोल के कमाइयां करदे है। पातशाह जी कहंदे जे किसी नूं बहुती माया चाहिदी है ना, जे कोई कहंदा कि मैं वड्डी कोठी वड्डा महल पावां ते पापां बाझों होवे ना ही, फिर तां रिश्वतां लैके ही काम करना पैना। 10 नौहां दी किरत नाल तां वधिया जीवन चल सकदा है, पर उदा नहीं। इस करके गुरु पातशाह जी कहंदे ये बंदा लालच विच आके कुत्तियां दी न्याई लालची होके भटकदा है, गुरु की निंदिया भी करदा है, ते इस निंदिया दे विच ही पच जांदा है, खत्म हो जांदा है, मर जांदा है।
ਭਰਮੈ ਭੂਲਾ ਦੁੱਖ ਕਣੋ, ਭਟਕਦਾ ਰਹਿੰਦਾ ਭਰਮਾਂ ਦੇ ਵਿੱਚ, ਦੁੱਖ ਭੋਗਦਾ ਹੈ। ਜਮ ਮਾਰ ਕਰੇ ਖੁਲਹਾਨ, ਇੱਥੇ ਵੀ ਦੁਖੀ ਤੇ ਉੱਥੇ ਵੀ ਦੁਖੀ। ਪਹਿਲਾਂ ਇਕੱਠੇ ਕਰਨ ਤੇ ਜ਼ੋਰ ਲਾਉਂਦਾ ਹੈ, ਫਿਰ ਚੋਰੀ ਹੋਣ ਦੀ ਚਿੰਤਾ ਪੈਦਾ ਹੋ ਜਾਂਦੀ ਹੈ। ਸਰਕਾਰ ਦੇ ਛਾਪੇ ਦਾ ਖਤਰਾ ਪੈਦਾ ਹੋ ਜਾਂਦਾ, ਕਿਤੇ ਕੋਈ ਛਾਪਾ ਹੀ ਨਾ ਪਵਾ ਦੇ ਮੇਰੇ ਤੇ। ਤੇ ਜਦੋਂ ਨੋਟ ਜੇ ਬਦਲੇ, ਨੋਟਬੰਦੀ ਹੋਈ ਜਦੋਂ, ਤੇ ਜਿਨ੍ਹਾਂ ਨੇ 1000 ਦੇ 2000 ਦੇ 500 ਦੇ ਜੋੜ ਜੋੜ ਕੇ ਰੱਖੇ ਸੀ ਨਾ, 1000 ਦੇ ਤੇ 500 ਦੇ, 2000 ਦਾ ਫੇਰ ਚੱਲਿਆ। ਤੇ ਜਿਨ੍ਹਾਂ ਨੇ ਜੋੜ ਜੋੜ ਕੇ ਪੇਟੀਆਂ ਬੈੱਡ ਭਰ ਭਰ ਕੇ ਰੱਖੇ ਸੀ ਨੋਟਾਂ ਦੇ, ਤੇ ਉਹਨਾਂ ਦੇ ਦਿਮਾਗ ਖਰਾਬ ਹੋ ਗਏ। ਕਹੋ ਸਤਨਾਮ, ਕਿਉਂ? ਕਾਗਜ਼ ਬਣ ਗਏ ਸਾਰੇ ਇੱਕਦਮ। ਉਹ ਇੱਕ ਡਾਕਟਰ ਤਾਂ ਦੱਸਦੇ ਆ, ਇਸੇ ਹੀ ਦਰੇਗ ਵਿੱਚ, ਇਸੇ ਬਰਾਗ ਵਿੱਚ ਮਰ ਹੀ ਗਿਆ, ਉਸੇ ਬੈੱਡ ਤੇ ਪਿਆ ਜਿਹੜਾ ਬੈੱਡ ਨੋਟਾਂ ਦਾ ਭਰਿਆ ਸੀਗਾ। ਕਿਉਂਕਿ ਲੋਕਾਂ ਨੂੰ ਡਰਾ ਡਰਾ ਕੇ ਵੀ ਕਈ ਵਾਰੀ ਇਹ ਚੰਗੇ ਭਲੇ ਨੂੰ ਮਰੀਜ਼ ਬਣਾ ਲੈਂਦੇ ਆ। ਕਹੋ ਸਤਨਾਮ ਸ੍ਰੀ। ਧੀਰਜ ਨਹੀਂ ਦੇਣਾ, ਡਰਾ ਦੇਣਾ। ਅੱਛਾ, ਪਿੱਤੇ 'ਚ ਪੱਥਰੀ ਹੈ, ਇਹਦਾ ਛੇਤੀ ਆਪਰੇਸ਼ਨ ਕਰਾ, ਜੇ ਫਟ ਗਿਆ ਤਾਂ ਜ਼ਹਿਰ ਫੈਲ ਜਾਊਗਾ, 2-4 ਦਿਨਾਂ 'ਚ ਕਰਾ ਲਾ। ਇੰਨਾ ਡਰਾਉਂਦੇ ਆ ਵਿਚਾਰਾ, ਕਿਤੇ ਨਾ ਕਿਤੇ ਫਸੀ ਜਾਂਦਾ। ਕੋਈ ਸਤਨਾਮ। ਜਿਹੜਾ ਇਹੋ ਜਿਹਾ 2 ਨੰਬਰ ਦਾ ਇਕੱਠਾ ਕੀਤਾ ਹੋਇਆ ਪੈਸਾ, ਉਹ ਸੁੱਖ ਨਹੀਂ ਦਿੰਦਾ ਕਿਸੇ ਨੂੰ ਵੀ, ਭਾਵੇਂ ਸਾਨੂੰ ਵੇਖਣ ਨੂੰ ਲੱਗਦਾ ਹੈ। ਕਹਿੰਦੀ ਆ ਚੋਰ ਨੂੰ ਖਾਂਦੇ ਨੂੰ ਨਾ ਦੇਖੋ, ਜਦ ਪੈਂਦੀਆਂ ਫਿਰ ਦੇਖੋ ਕਿਵੇਂ ਪੈਂਦੀਆਂ। ਸੋ ਇਸ ਕਰਕੇ ਇਹੋ ਜਿਹੇ ਲੋਕ ਜਿਹੜੇ ਲਾਲਚ ਵਿੱਚ ਆ ਕੇ ਦੁਨੀਆ ਨੂੰ ਲੁੱਟਦੇ ਆ, ਠੱਗਦੇ ਆ, ਦੁਨੀਆ ਦਾ ਸ਼ੋਸ਼ਣ ਕਰਦੇ ਆ, ਉਹ ਲੋਕ ਕੁੱਤਿਆਂ ਦੀ ਨਿਆਈ ਭਟਕਦੇ ਨੇ। ਫਿਰ ਗੁਰੂ ਤੋਂ ਐਂਟੀ ਚੱਲਦੇ ਆ, ਆਪਣੀ ਮਾਇਆ ਵਿੱਚ ਮਗਨ ਹੁੰਦੇ ਆ, ਨਿੰਦਿਆ ਕਰਦੇ ਆ, ਇਸੇ ਵਿੱਚ ਹੀ ਪਚ ਪਚ ਕੇ ਮਰ ਜਾਂਦੇ ਆ। ਮਰਨ ਤੋਂ ਬਾਅਦ ਫਿਰ 84 ਲੱਖ ਜੂਨਾਂ ਭੋਗਦੇ ਆ, ਫਿਰ ਜਮਾਂ ਦੇ ਵਸ ਪੈਂਦੇ ਆ। ਜਮ ਮਾਰ ਕਰੈ ਖੁਲਹਾਨ, ਫਿਰ ਜਮਾਂ ਦੇ ਡੰਡੇ ਪੈਂਦੇ ਆ। ਫਿਰ ਇਹ ਮਨੁੱਖ ਜਿਹੜਾ ਹੈ ਉੱਥੇ ਫਿਰ ਯਾਦ ਕਰਦਾ ਹੈ ਕਿ ਮੈਂ ਮਾਤ ਲੋਕ ਵਿੱਚ ਜਾ ਕੇ ਕੋਈ ਚੱਜ ਦਾ ਕੰਮ ਨਾ ਕੀਤਾ, ਇਸੇ ਕਰਕੇ ਅੱਜ ਮੇਰੇ ਨਾਲ ਐਸੀ ਹੋ ਰਹੀ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਸ ਤਰ੍ਹਾਂ ਇਹ ਮਨੁੱਖ ਜਿਹੜਾ ਹੈ ਜਦੋਂ ਭਟਕ ਜਾਂਦਾ ਫਿਰ ਜਮਾਂ ਦੇ ਵਸ ਪੈਂਦਾ ਹੈ। ਜਦ ਜਮਾਂ ਦੇ ਵਸ ਪੈਂਦਾ ਫਿਰ ਇਹਨੂੰ ਕੁੱਟਿਆ ਜਾਂਦਾ ਹੈ। ਖੁਲਹਾਨ, ਇਹਨੂੰ ਨਾਸ ਕਰਦੇ ਆ ਜਮਦੂਤ, ਇਹੋ ਜਿਹੇ ਖਲਾਂ ਨੂੰ, ਮੂਰਖਾਂ ਨੂੰ। ਫਿਰ ਉੱਥੇ ਸਜ਼ਾ ਮਿਲਦੀ ਹੈ, ਤਪਦੇ ਥੰਮਾਂ ਨਾਲ ਬੰਨ੍ਹਿਆ ਜਾਂਦਾ, ਤਪਦੇ ਤੇਲ ਦੇ ਕੜਾਹਾਂ ਵਿੱਚ ਸਿੱਟਿਆ ਜਾਂਦਾ। ਹੁਣ ਤੁਸੀਂ ਕਹੋਗੇ ਵੀ ਆਕਾਸ਼ਾਂ ਦੇ ਕੋਈ ਕੜਾਹੇ ਪਏ ਨੇ, ਤੇਲ ਦੇ ਤਪਦੇ ਦੇ ਥੱਲੇ ਹੀ ਹੈ, ਧਰਤੀ 'ਤੇ ਪਏ ਨੇ। ਆ ਤਲਦੇ ਵੇਖ ਲਓ ਤੁਸੀਂ ਮੱਛੀਆਂ ਨੂੰ ਤੇ ਮੁਰਗਿਆਂ ਨੂੰ, ਇਹਨਾਂ ਵਿੱਚ ਵੀ ਤਾਂ ਰੂਹਾਂ ਸੀ ਨਾ ਕਿਸੇ ਵੇਲੇ। ਭਾਵ ਉਹਨਾਂ ਨੂੰ ਇਉਂ ਦੁੱਖ ਦਿੱਤੇ ਜਾਂਦੇ ਆ 84 ਲੱਖ ਦੂਨਾਂ ਦੇ ਵਿੱਚ ਭੇਜ ਕੇ। ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਅੱਗੇ, ਮਨ ਮੁਖ ਸੁਖ ਨ ਪਾਈਐ, ਗੁਰਮੁਖ ਸੁਖ ਸੁਭਾਨ। ਤੋ ਮਨਮੁਖ ਜਿਹੜਾ ਹੈ, ਮਨਮਤ ਕਰਨ ਵਾਲਾ, ਮਨੋ ਮੂਰਖ ਲੋਭੀਆ, ਲੋਭੈ ਲੱਗਾ ਲੋਭਾਨ। ਇਹੋ ਜਿਹੇ ਲੋਕ ਜਿਹੜੇ ਹਨ ਉਹ ਕਦੇ ਵੀ ਸੁਖੀ ਨਹੀਂ ਹੁੰਦੇ। ਸਾਨੂੰ ਬਾਹਰੀ ਤੌਰ 'ਤੇ ਲੱਗਦਾ ਬੜੀਆਂ ਉੱਚੀਆਂ ਬਿਲਡਿੰਗਾਂ ਇਹਨਾਂ ਦੀਆਂ, ਬੜੀਆਂ ਵੱਡੀਆਂ ਕੋਠੀਆਂ, ਬੜੇ ਵੱਡੇ ਹਸਪਤਾਲ ਹੈ। ਰਾਤੋਂ ਰਾਤ ਹਸਪਤਾਲ ਖੜੇ ਹੋ ਜਾਂਦੇ ਹੈ ਕਿਉਂਕਿ ਉਹਨਾਂ ਨੇ ਜਨਤਾ ਨੂੰ ਲੁੱਟਿਆ ਹੁੰਦਾ। ਇਹੋ ਜਿਹੇ ਲੋਕ ਵੀ ਹੈ ਦੁਨੀਆ ਦੇ ਵਿੱਚ। ਧਰਮੀ ਡਾਕਟਰ ਵੀ ਹੋਣਗੇ ਪਰ ਬਹੁਤ ਸਾਰੇ ਐਸੇ ਵੀ ਹੈ। ਗੁਰੂ ਪਿਆਰਿਓ, ਪਾਤਸ਼ਾਹ ਜੀ ਕਹਿੰਦੇ ਇਹ ਸੰਸਾਰ ਦੇ ਲੋਕ ਹੈ ਜਿਹੜੇ, ਇਹਨਾਂ ਨੂੰ ਕਦੇ ਸੁੱਖ ਨਹੀਂ ਮਿਲਦਾ। ਗੁਰਮੁਖ ਸੁੱਖ ਸੁਭਾਨ, ਆਪਣੇ ਚੰਗੇ ਸੁਭਾਅ ਕਰਕੇ, ਗੁਰਮਤਨ ਚਾਲ ਚੱਲ ਕੇ ਗੁਰਮੁਖ ਜਿਹੜੇ ਸੁੱਖ ਭੋਗਦੇ ਐ। ਇੱਥੇ ਧੰਦ ਪਿਟਾਈ ਐ, ਸੱਚ ਲਿਖਤ ਪਰਵਾਨ। ਮਨਮੁਖ ਜਿਹੜੇ ਆ ਇੱਥੇ ਧੰਦੇ ਪਿੱਟਦੇ ਰਹਿੰਦੇ ਆ, ਭੱਜ ਦੌੜ, ਇੱਧਰੋਂ ਵੀ ਉੱਧਰੋਂ ਵੀ ਇੱਧਰੋਂ ਵੀ ਭੱਜਦੇ ਆ। ਮਾਇਆ ਇਕੱਠੀ ਹੋ ਜਾਵੇ, ਪੇਟੀਆਂ ਭਰ ਭਰ ਕੇ ਰੱਖੀ ਜਾਂਦੇ ਆ, ਕੋਠੇ ਭਰ ਭਰ ਰੱਖੀ ਜਾਂਦੇ ਆ। ਇੱਥੇ ਧੰਦ ਪਿਟਾਈ ਹੈ,
सच लिखत परवान ते इत्थे कीतियां होईयां ठगियां चोरियां अपनी मैमरी विच लिखियां जा रहीआं न। ते फिर उत्थे इहदे कोई गवाह की लोड़ नहीं पैंदी परमेश्वर नूं, धर्मराज नूं। बस वो तो कढ़ के इहदी मैमरी चिप ते इहनूं वीडियो ही दिखा दिंदा भी आ देख की कुछ करके आए हैं, फिर सामने ही है, फिर तो कोई सबूत बने बनाए है, गवाहां की लोड़ नहीं। पर उहदे मुताबक फिर सज़ा भोगदा। ताइयों गुरु अर्जन देव जी कहते हैं, पर का बुरा ना राखो चीत, तुमको दुख नहीं भाई मीत। तैनू किसे दा तैनू कोई दुख नहीं आ सकता जे तू किसे नूं दुख नहीं देवेगा। हर सज्जन गुर सेवंदा गुर करनी प्रधान। जिन्हां ने इत्थे रह करके उस परिपूर्ण परमेश्वर परमात्मा नूं सिमरना कीता, उन्हां नूं सुख मिलते हैं। ते जिन्हां ने दुनिया नूं दुख दिते फिर आए कुट्टे जाते हैं, जिवें पुराने समियां च कणक नूं कुट के तूड़ी बनाउंदे सी। हुण तां कंबाइन वढ के तूड़ी बना दिंदी है ना। पहला कणक नूं पिड़वे सिट के उस ते गुरु प्यारिओ फले चलाउंदे सी, भार दे पत्थर दे फले चलाउंदे, ਉਹ ਛੱਲੀਆਂ फुटदियां, दाने ਅੱਡ हो जाते, फिर उडाउंदे, फिर बची हुई तूड़ी नूं वढदे कुटदे, उन्हां ते फले चला चला के उहनूं बरीक करदे आ। फिर मनमुखां दे ऐ पैंदियां जां मार करे खुलहान। ये खुलहान जिहड़ा गुरु प्यारे फारसी दा शब्द है, मतलब इउं पैंदियां जिवें चौलां नूं कढण वास्ते उन्हां दे गुरु प्यारे नाड़ नूं पत्थर ते कुटिया जांदा। सतगुरु पातशाह जी कहंदे, जिहड़े मनुख इत्थे आके गुरु वाले बन जाणगे, हर सज्जन गुर सेवंदा, जिन्हां ने गुरु नूं अपना मित्र बना लिया, गुरु नूं अपना सज्जन बना लिया। गुर करनी प्रधान, उन्हां दी करनी चंगी हो गई, वो मुखी हो गए, वो शोभदे हन परमेश्वर दे दर ते। पंच प्रवान पंच प्रधान, पंचे पावै दरगह मान, पंचै सोहे दर राजान। आखिरी पंक्ति विच बाबा जी कहंदे, तां ते सिखो नानक नाम न विसरै, कर्म पवै निशान। साडे कर्मां दी ये निशानी होवेगी, जे सानू नाम ना विसरिया ते साडे चंगे कर्म होणगे, जे नाम विसार दिता फिर साडे कर्म भी माड़े हो जांदे आ। कई बारी आपां बच्चे देखदे आ ना, जिन्ना चिर साडे हाई स्कूल तक पढ़दे आ, 10वीं तक पढ़दे आ ना, केसाधारी बच्चे कई चंगे भले हुंदे आ, माँ केस बाह के जूड़ा करके स्कूले भेजदी है 10वीं तक। ते जदों ही उन्हां दा कालज विच जाण दा समां आउंदा है ना, फिर उन्हां नूं आए लगदा भी जे मेरे केस है ते फिर मैं किसी मनमुख की संगत नहीं कर सकता, लोग कहणगे सिखां दा मुंडा है। फिर वो की करते हैं, फिर कोशिश करते हैं, असल में तो पहला ही नहीं तो कुछ दिन कालज विच जाण तो बाद माड़ी संगत करके एक दिन केस घटा ही आउंदे आ। को सतनाम श्री। इस करके गुरु प्यारिओ, गुरसिखां नूं ये दात सतगुर ने दिती है, धुरों परमेश्वर ने दिती है, संभाल के रखनी चाहिदी आ। पर सिख जिहड़ा है, केसाधारी सिख जिहड़ा है, ये केस भी एक निशानी है कि सिख दा बच्चा है। जे वो गलत चलता है, गलत सोचता, वो तो बहुत वड्डी दोष लगता है। इस करके वो लोग विषय विकारां नूं कमाउण वास्ते केसां नूं ही घटा दिंदे आ। को सतनाम। कालज विच पहुँच के कुछ परसेंट बच्चे इस तरह बिगड़ जाते हैं। गुरु किरपा करन, सारियां ते अपना मेहर दा हथ रखन, बच्चियां नूं भी समत बख्शण। पढ़ाइयां जरूर करनियां, आपां कालजां विच जाना है, यूनीवर्सिटियां विच भी जाना है, पर अपना विरसा नहीं भुलाउणा चाहिदा, गुरु नूं याद रखना चाहिदा है। दस्तार बन्नी होवे, केस रखे होण, ते ये भी सानू माड़े पासे तो बहुत कंट्रोल करदी है चीज़। गुरु किरपा करन। अगलियां विचारां कल दे दीवाना विच सरवण करांगे। नानक नाम न विसरै, करम पवै निशान। जिस असी परमेश्वर दे नाम नूं हमेशा याद रखीए, चिंतन करिए, ते सतगुरु पातशाह जी की किरपा भी हुंदी है, साडे ते बख्शिश भी हुंदी है। ये सच की निशानी है। ਸਰੂਪ लखण प्राप्त हो जाता है। उन्होंने
ਨਿਜ ਸਰੂਪ ਦੀ ਪ੍ਰਾਪਤੀ ਹੋ ਜਾਂਦੀ ਹੈ। ਅਸਲੀਅਤ ਦਾ ਪਤਾ ਲੱਗ ਜਾਂਦਾ, ਮੈਂ ਕੌਣ ਆ, ਕਿੱਥੋਂ ਆਇਆ, ਕੀ ਲੈਣ ਆਇਆ, ਉਹਨਾਂ ਨੂੰ ਪਤਾ ਲੱਗ ਜਾਂਦਾ। ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਨ ਕੀ, ਇਹੋ ਤੇਰੀ ਵਰੀਆ ਅਵਰ ਕਾਜ, ਤੇਰਾ ਕਿਤੈ ਨਾ ਕਾਮ ਮਿਲ ਸਾਧ ਸੰਗਤ ਭਜ। ਕੇਵਲ ਨਾਮ ਦੇ ਮਹਾਵਾਕ ਅਨੁਸਾਰ ਅਗਲੇ ਸ਼ਬਦ ਦੇ ਵਿਚਾਰ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਬੋਲਦੇ ਹਾਂ, ਅੱਖਰ ਬਾਅਦ ਘੱਟ ਹੋ ਜਾਂਦੇ, ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਮਿਲਾਓ ਫਤਿਹ, ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।